Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਗੌੜੀ ਮਹਿਲਾ ਪੰਜਵਾਂ। ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤਿਉ ਜੀਵੈ ਸਾਕਤ ਨਾਮ ਵਿਸਾਰੀ। ਆਰ ਜਾਰੀ ਤੋਂ ਭਾਵ ਉਮਰ। ਜੋ ਸੱਪ ਹੈ ਉਹਦੀ ਉਮਰ ਬੜੀ ਲੰਬੀ ਹੁੰਦੀ ਹੈ, ਪਰ ਉਹ ਸਾਰੀ ਉਮਰ ਦੂਜਿਆਂ ਨੂੰ ਡੰਗ ਮਾਰ ਮਾਰ ਕੇ ਹੀ ਜਿਉਂਦਾ ਹੈ। ਆਪਣਾ ਭੋਜਨ ਕਰਨ ਦੇ ਲਈ ਉਹਨੂੰ ਦੂਜਿਆਂ ਨੂੰ ਡੰਗ ਮਾਰਨਾ ਪੈਂਦਾ ਹੈ। ਸੋ ਗੁਰੂ ਜੀ ਕਹਿੰਦੇ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਕਹਿੰਦੇ ਸਿਮਰਨ ਤੋਂ ਬਿਨਾਂ ਮਨੁੱਖ ਉਸ ਸੱਪ ਵਰਗਾ ਹੈ ਜਿਹਦੀ ਉਮਰ ਲੰਬੀ ਹੈ ਪਰ ਉਹਨੂੰ ਦੂਜਿਆਂ ਨੂੰ ਡੰਗ ਮਾਰ ਕੇ ਜਿਉਣਾ ਪੈਂਦਾ ਹੈ। ਜੋ ਸਿਮਰਨ ਤੋਂ ਬਿਨਾਂ ਮਨੁੱਖ ਹੈ ਉਹ ਆਪਣੇ ਮਨ ਦੀ ਤਸੱਲੀ ਦੇ ਲਈ ਜਾਂ ਆਪਣੇ ਮਨ ਨੂੰ ਖੁਸ਼ ਕਰਨ ਦੇ ਲਈ ਦੂਜਿਆਂ ਦੇ ਵਿੱਚ ਕਮੀਆਂ ਕੱਢਦਾ ਰਹਿੰਦਾ ਹੈ, ਤਾਂ ਉਹ ਡੰਗ ਮਾਰਨ ਦੇ ਬਰਾਬਰ ਹੀ ਹੈ। ਜਿਵੇਂ ਸੱਪ ਡੰਗ ਮਾਰਦਾ ਹੈ, ਉਸੇ ਤਰ੍ਹਾਂ ਹੀ ਮਨੁੱਖ ਦੂਜਿਆਂ ਦੇ ਵਿੱਚ ਕਮੀਆਂ ਕੱਢਦਾ ਹੈ। ਹਰ ਥਾਂ ਆਪਣੇ ਆਪ ਨੂੰ ਦੂਜੇ ਨਾਲੋਂ ਵੱਡਾ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਦੂਜੇ ਦੇ ਵਿੱਚ ਕੋਈ ਔਗਣ ਦਿਸ ਜਾਵੇ ਉਹਨੂੰ ਵਧਾ ਚੜ੍ਹਾ ਕੇ ਦੱਸਦਾ ਹੈ। ਖੁਦ ਦੇ ਵਿੱਚ ਕੋਈ ਛੋਟਾ ਮੋਟਾ ਗੁਣ ਹੋਵੇ ਤੇ ਉਹਨੂੰ ਵਧਾ ਚੜ੍ਹਾ ਕੇ ਦੱਸਦਾ ਹੈ। ਦੂਜੇ ਦੇ ਗੁਣਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਤੇ ਆਪਣੇ ਔਗਣਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ। ਕਹਿਣ ਤੋਂ ਭਾਵ ਕਿ ਜੋ ਮਨੁੱਖ ਹੈ ਜਿਹਨੇ ਸਿਮਰਨ ਦੇ ਨਾਲ ਆਪਣਾ ਚਿੱਤ ਨਹੀਂ ਜੋੜਿਆ ਹੋਇਆ, ਉਹ ਆਪਣੇ ਮਨ ਦੀ ਸ਼ਾਂਤੀ ਦੇ ਲਈ ਬਹੁਤ ਹੱਦ ਤੱਕ ਦੂਜਿਆਂ 'ਤੇ ਨਿਰਭਰ ਕਰਦਾ ਹੈ। ਕਈ ਮਨੁੱਖ ਸਦਾ ਇਹ ਲੋਚਦੇ ਰਹਿੰਦੇ ਨੇ ਕਿ ਕੋਈ ਉਹਨਾਂ ਦੀ ਤਾਰੀਫ ਕਰੇ, ਉਹਨਾਂ ਦੀ ਵਾਹ ਕਰੇ। ਉੱਥੇ ਉਹ ਵੀ ਆਪਣੇ ਮਨ ਦੀ ਖੁਸ਼ੀ ਦੇ ਲਈ ਦੂਜਿਆਂ 'ਤੇ ਨਿਰਭਰ ਹੁੰਦੇ ਨੇ। ਸੋ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤਿਉ ਜੀਵੈ ਸਾਕਤ ਨਾਮ ਵਿਸਾਰੀ। ਕਹਿੰਦੇ ਪ੍ਰਮਾਤਮਾ ਤੋਂ ਟੁੱਟਿਆ ਹੋਇਆ ਮਨੁੱਖ ਉਹਦੇ ਨਾਮ ਨੂੰ ਭੁਲਾ ਕੇ ਉਸ ਸੱਪ ਵਾਂਗ ਜਿਉਂਦਾ ਹੈ। ਏਕ ਨਿਮਖ ਜੋ ਸਿਮਰਨ ਮਹਿ ਜੀਆ, ਕੋਟ ਦਿਨਸ ਲਾਖ ਸਦਾ ਥਿਰ ਥੀਆ। ਰਹਾਓ, ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਚਿੱਤ ਜੋੜ ਕੇ ਜੇ ਇੱਕ ਪਲ ਦਾ ਸਮਾਂ ਵੀ ਗੁਜ਼ਾਰ ਲਿਆ ਜਾਏ, ਏਕ ਨਿਮਖ ਜੋ ਸਿਮਰਨ ਮਹਿ ਜੀਆ, ਤਾਂ ਉਹ ਕਰੋੜਾਂ ਲੱਖਾਂ ਦਿਨਾਂ ਦੇ ਬਰਾਬਰ ਹੈ। ਕਰੋੜਾਂ ਲੱਖਾਂ ਦਿਨਾਂ ਦੇ ਜੀਵਨ ਦੇ ਬਰਾਬਰ ਹੈ, ਕਿਉਂਕਿ ਉਸ ਇੱਕ ਪਲ ਦੇ ਵਿੱਚ ਵੀ ਤੁਸੀਂ ਅਜਿਹੀ ਮਾਨਸਿਕ ਸ਼ਾਂਤੀ ਤੇ ਆਤਮਿਕ ਅਡੋਲਤਾ ਮਹਿਸੂਸ ਕਰ ਪਾਉਂਦੇ ਹੋ ਜਿਹੜੀ ਕਿ ਕਰੋੜਾਂ ਲੱਖਾਂ ਦਿਨਾਂ ਦੇ ਜੀਵਨ ਦੇ ਵਿੱਚ ਵੀ ਹਾਸਲ ਨਹੀਂ ਹੁੰਦੀ ਪ੍ਰਮਾਤਮਾ ਤੋਂ ਟੁੱਟੇ ਹੋਇਆਂ। ਬਿਨ ਸਿਮਰਨ ਧ੍ਰਿਗ ਕਰਮ ਕਰਾਸ, ਕਾਗ ਬਤਨ ਵਿਸ਼ਟਾ ਮਹਿ ਵਾਸ। ਪਰਮਾਤਮਾ ਦੇ ਸਿਮਰਨ ਤੋਂ ਖੁੰਝ ਕੇ ਹੋਰ ਕੰਮ ਕਰਨੇ ਕਹਿੰਦੇ ਫਿਟਕਾਰ ਯੋਗ ਨੇ, ਧ੍ਰਿਗ ਨੇ। ਇਹ ਇਸ ਪ੍ਰਕਾਰ ਹੈ ਜਿਵੇਂ ਇੱਕ ਕਾਂ ਦਾ ਮੂੰਹ ਸਦਾ ਗੰਧ ਦੇ ਵਿੱਚ ਰਹਿੰਦਾ ਹੈ। ਜੋ ਕਾਂ ਹੈ ਉਹ ਗੰਧ ਨੂੰ ਹੀ ਫਰੋਲਦਾ ਰਹਿੰਦਾ ਹੈ। ਉਸੇ ਤਰ੍ਹਾਂ ਹੀ ਪ੍ਰਮਾਤਮਾ ਦੇ ਸਿਮਰਨ ਤੋਂ ਖੁੰਝੇ ਹੋਏ ਮਨੁੱਖ ਦੁਨਿਆਵੀ ਮਾਇਆ ਰੂਪੀ ਗੰਧ ਨੂੰ ਫਰੋਲ ਕੇ ਉਹਦੇ ਵਿੱਚੋਂ ਖੁਸ਼ੀਆਂ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਬਿਨ ਸਿਮਰਨ ਭਏ ਕੂਕਰ ਕਾਮ, ਸਾਕਤ ਬੇਸ਼ੂਆ ਪੂਤ ਨਿਨਾਮ। ਸਿਮਰਨ ਤੋਂ ਬਿਨਾਂ ਮਨੁੱਖ ਕੂਕਰ ਕਾਮ ਕਰਦਾ ਹੈ, ਕੁੱਤਿਆਂ ਵਾਲੇ ਕੰਮ ਕਰਦਾ ਹੈ। ਜਿਵੇਂ ਕੁੱਤੇ ਇੱਧਰ ਉੱਧਰ ਭਟਕਦੇ ਫਿਰਦੇ ਰਹਿੰਦੇ ਨੇ ਬਿਨਾਂ ਕਿਸੇ ਗੱਲ ਦੇ, ਉਸੇ ਪ੍ਰਕਾਰ ਹੀ ਮਨੁੱਖ ਭਟਕਦਾ ਫਿਰਦਾ ਰਹਿੰਦਾ ਹੈ। ਸਾਕਤ ਬੇਸ਼ੂਆ ਪੂਤ ਨਿਨਾਮ। ਨਿਨਾਮ ਤੋਂ ਭਾਵ ਜਿਹਦੇ ਪਿਓ ਦਾ ਨਾਮ ਨਾ ਦੱਸਿਆ ਜਾ ਸਕਦਾ ਹੋਵੇ। ਪ੍ਰਮਾਤਮਾ ਤੋਂ ਟੁੱਟਿਆ ਹੋਇਆ ਮਨੁੱਖ ਵੇਸ਼ਪਾ ਦੇ ਪੁੱਤਰ ਵਾਂਗ ਹੈ ਜਿਹਦੇ ਪਿਓ ਦਾ ਨਾਮ ਨਹੀਂ ਦੱਸਿਆ ਜਾ ਸਕਦਾ। ਜਿਹੜਾ ਮਨੁੱਖ ਪ੍ਰਮਾਤਮਾ ਨਾਲ ਜੁੜ ਗਿਆ ਉਹਦਾ ਇੱਕੋ ਹੀ ਪਿਓ ਹੈ, ਉਹ ਪ੍ਰਮਾਤਮਾ। ਉਹਨੂੰ ਉਹਦੇ ਚੋਂ ਹੀ ਖੁਸ਼ੀ ਮਿਲਦੀ ਹੈ। ਤੇ ਜਿਹੜਾ ਟੁੱਟਿਆ ਹੋਇਆ ਹੈ ਉਹਨੂੰ ਤੇ ਬਹੁਤ ਸਾਰੀਆਂ ਚੀਜ਼ਾਂ ਚੋਂ ਖੁਸ਼ੀ ਮਿਲਦੀ ਹੈ। ਛੋਟੀ ਛੋਟੀ ਚੀਜ਼ ਦੇ ਵਿੱਚੋਂ ਉਹ ਖੁਸ਼ੀ ਲੱਭਦਾ ਫਿਰਦਾ ਹੈ ਤੇ ਪਰ ਨਾਲ ਨਾਲ ਦੁੱਖ ਵੀ ਮਿਲਦੇ ਨੇ, ਤਾਂ ਉਹਦਾ ਪਿਓ ਇੱਕ ਨਹੀਂ ਕਿਹਾ ਜਾ ਸਕਦਾ। ਇਸੇ ਲਈ ਗੁਰੂ ਜੀ ਨੇ ਕਿਹਾ ਹੈ
कि साकत बेशुआ पूत निनाम। बिन सिमरन जैसे सींग शतारा, बोलै कूर साकत मुख कारा। सिमरन तो बिना मनुख भेडू दे ਸਿੰਘਾਂ ਵਾਂਗ है। ਸ਼ਤਾਰਾ ਤੋਂ ਭਾਵ ਭੇਡੂ। ਭੇਡੂ ਦੇ ਜੋ ਸਿੰਘ ਨੇ ਉਹਦੇ ਸਿਰ ਦੇ ਉੱਤੇ ਭਾਰ ਨੇ, ਉਸੇ ਤਰ੍ਹਾਂ ਹੀ ਸਿਮਰਨ ਤੋਂ ਖੁੰਝਿਆ ਹੋਇਆ ਮਨੁੱਖ ਵੀ ਧਰਤੀ ਦੇ ਉੱਤੇ ਭਾਰ ਹੈ। ਬੋਲੇ ਕੂਰ ਸਾਕਤ ਮੁਖ ਕਾਰਾ। ਜੋ ਸਾਕਤ ਹੈ ਪ੍ਰਮਾਤਮਾ ਨਾਲੋਂ ਟੁੱਟਿਆ ਹੋਇਆ ਹੈ, ਉਹ ਝੂਠ ਬੋਲਦਾ ਹੈ ਤੇ ਹਰ ਥਾਂ ਉਹਦਾ ਮੁਖ ਕਾਲਾ ਹੁੰਦਾ ਹੈ। ਬਿਨ ਸਿਮਰਨ ਗਰਦਵ ਕੀ ਨਿਆਈ, ਸਾਕਤ ਥਾਨ ਭ੍ਰਿਸ਼ਟ ਫਿਰਾਹੀ। ਸਿਮਰਨ ਤੋਂ ਬਿਨਾ ਮਨੁੱਖ ਦਾ ਜੀਵਨ ਗਧੇ ਵਾਂਗ ਹੈ। ਗਰਦਵ ਤੋਂ ਭਾਵ ਗਧਾ। ਗਧਾ ਸਾਰੀ ਉਮਰ ਭਾਰ ਢੋਂਦਾ ਹੈ ਤੇ ਉੱਤੋਂ ਸਵਾਹ ਮਿੱਟੀ ਦੇ ਵਿੱਚ ਲਿਟ ਕੇ ਖੁਸ਼ ਹੁੰਦਾ ਰਹਿੰਦਾ ਹੈ, ਖੱਟਦਾ ਕੁਝ ਨਹੀਂ। ਉਸੇ ਪ੍ਰਕਾਰ ਹੀ ਮਨੁੱਖ ਵੀ ਉਹਨਾਂ ਕੰਮਾਂ ਦੇ ਵਿੱਚ ਲੱਗਿਆ ਰਹਿੰਦਾ ਹੈ ਜਿਨ੍ਹਾਂ 'ਚੋਂ ਕੁਝ ਖੱਟਿਆ ਨਹੀਂ ਜਾਂਦਾ। ਸਾਕਤ ਥਾਨ ਭ੍ਰਿਸ਼ਟ ਫਿਰਾਹੀ। ਪ੍ਰਮਾਤਮਾ ਨਾਲੋਂ ਟੁੱਟਿਆ ਹੋਇਆ ਮਨੁੱਖ ਭ੍ਰਿਸ਼ਟ ਥਾਵਾਂ ਤੇ ਹੀ ਫਿਰਦਾ ਰਹਿੰਦਾ ਹੈ, ਆਪਣੇ ਮਨ ਨੂੰ ਭ੍ਰਿਸ਼ਟ ਕੰਮਾਂ ਵੱਲ ਹੀ ਜੋੜੀ ਰੱਖਦਾ ਹੈ। ਬਿਨ ਸਿਮਰਨ ਕੂਕਰ ਹਰਕਾਇਆ, ਸਾਕਤ ਲੋਭੀ ਬੰਧ ਨਾ ਪਾਇਆ। ਸਿਮਰਨ ਤੋਂ ਬਿਨਾ ਮਨੁੱਖ ਹਲਕੇ ਹੋਏ ਕੁੱਤੇ ਵਰਗਾ ਹੋ ਜਾਂਦਾ ਹੈ। ਉਹ ਇੰਨਾ ਜ਼ਿਆਦਾ ਲੋਭੀ ਹੋ ਜਾਂਦਾ ਹੈ ਕਿ ਉਹਦੇ ਲੋਭ ਨੂੰ ਰੋਕਿਆ ਨਹੀਂ ਜਾ ਸਕਦਾ, ਬੰਨਿਆ ਨਹੀਂ ਜਾ ਸਕਦਾ। ਦਿਨ ਬ ਦਿਨ ਹੋਰ ਤੋਂ ਹੋਰ ਲੋਭੀ ਹੁੰਦਾ ਜਾਂਦਾ ਹੈ। ਬਿਨ ਸਿਮਰਨ ਹੈ ਆਤਮ ਘਾਤੀ, ਸਾਕਤ ਨੀਚ ਤਿਸ ਕੁਲ ਨਹੀਂ ਜਾਤੀ। ਸਿਮਰਨ ਤੋਂ ਬਿਨਾ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ। ਪਰਮਾਤਮਾ ਨਾਲੋਂ ਟੁੱਟ ਕੇ ਉਹ ਨੀਚ ਹੋ ਜਾਂਦਾ ਹੈ। ਨਾ ਉਹਦੀ ਉੱਚੀ ਜਾਤ ਰਹਿ ਜਾਂਦੀ ਹੈ ਤੇ ਨਾ ਹੀ ਉਹਦੀ ਉੱਚੀ ਕੁੱਲ ਰਹਿ ਜਾਂਦੀ ਹੈ। ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ। ਜਿਸ ਮਨੁੱਖ ਦੇ ਉੱਤੇ ਉਸ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਉਸ ਮਨੁੱਖ ਨੂੰ ਉਹ ਪਰਮਾਤਮਾ ਸਤ ਸੰਗ ਦੇ ਵਿੱਚ ਜੋੜ ਦਿੰਦਾ ਹੈ। ਕਹੋ ਨਾਨਕ ਗੁਰ ਜਗਤ ਤਰਾਇਆ। ਇਹ ਨਾਨਕ ਇਹ ਆਖ ਕਿ ਗੁਰੂ ਜਗਤ ਨੂੰ ਤਾਰ ਦਿੰਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਗੌੜੀ ਮਹਿਲਾ ਪੰਜਵਾਂ। ਗੁਰ ਕਾ ਬਚਨ ਮੋਹੇ ਪਰਮਗਤ ਪਾਈ, ਗੁਰ ਪੂਰਾ ਮੇਰੀ ਪੈਜ ਰਖਾਈ। ਗੁਰੂ ਦੇ ਉਪਦੇਸ਼ ਦੀ ਬਰਕਤ ਦੇ ਨਾਲ ਮੈਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਲਈ ਹੈ। ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ। ਗੁਰ ਕਾ ਬਚਨ ਧਿਆਇਓ ਮੋਹੇ ਨਾਉ, ਗੁਰ ਪ੍ਰਸਾਦ ਮੋਹੇ ਮਿਲਿਆ ਥਾਉ ਰਹਾਉ। ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੈਂ ਪ੍ਰਮਾਤਮਾ ਦਾ ਨਾਮ ਧਿਆ ਲਿਆ ਹੈ। ਪ੍ਰਮਾਤਮਾ ਦਾ ਨਾਮ ਸਿਮਰਨ ਦੇ ਯੋਗ ਹੋ ਗਿਆ ਹਾਂ। ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਥਾਂ ਮਿਲ ਗਈ ਹੈ। ਮੇਰਾ ਮਨ ਟਿਕਾਣੇ ਤੇ ਆ ਗਿਆ ਹੈ। ਗੁਰ ਕਾ ਬਚਨ ਸੁਣ ਰਸਨ ਵਖਾਣੀ। ਗੁਰੂ ਦੇ ਉਪਦੇਸ਼ ਦੇ ਰਾਹੀਂ ਮੈਂ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਦਾ ਹਾਂ ਤੇ ਸੁਣ ਕੇ ਆਪਣੀ ਰਸਨਾ ਦੇ ਨਾਲ, ਆਪਣੀ ਜੀਭ ਦੇ ਨਾਲ ਉਹਨੂੰ ਉਚਾਰਦਾ ਰਹਿੰਦਾ ਹਾਂ। ਤੇ ਅਜਿਹਾ ਕਰਕੇ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ। ਗੁਰੂ ਦੀ ਕਿਰਪਾ ਦੇ ਨਾਲ ਮੇਰੀ ਬੋਲ ਬਾਣੀ ਵੀ ਅੰਮ੍ਰਿਤ ਵਰਗੀ ਮਿੱਠੀ ਹੋ ਗਈ ਹੈ। ਹੁਣ ਮੈਂ ਉੱਚੇ ਬੋਲ ਨਹੀਂ ਬੋਲਦਾ। ਗੁਰ ਕਾ ਬਚਨ ਮਿਟਿਆ ਮੇਰਾ ਆਪ, ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ। ਗੁਰੂ ਦੇ ਉਪਦੇਸ਼ ਦੀ ਬਰਕਤ ਦੇ ਨਾਲ ਮੇਰਾ ਆਪਾ ਭਾਵ ਖਤਮ ਹੋ ਗਿਆ ਹੈ। ਗੁਰੂ ਦੀ ਦਇਆ ਦੇ ਨਾਲ, ਉਹਦੀ ਕਿਰਪਾ ਦੇ ਨਾਲ ਮੇਰਾ ਬੜਾ ਤੇਜ ਪ੍ਰਤਾਪ ਬਣ ਗਿਆ ਹੈ। ਗੁਰ ਕਾ ਬਚਨ ਮਿਟਿਆ ਮੇਰਾ ਭਰਮ, ਗੁਰ ਕਾ ਬਚਨ ਵੇਖਿਓ ਸਭ ਬ੍ਰਹਮ। ਗੁਰੂ ਦੇ ਉਪਦੇਸ਼ ਦੇ ਨਾਲ ਮੇਰੇ ਮਨ ਦੀ ਸਾਰੀ ਭਟਕਣਾ ਦੂਰ ਹੋ ਗਈ ਹੈ। ਹੁਣ ਮੈਂ ਹਰ ਪਾਸੇ ਉਸ ਪ੍ਰਮਾਤਮਾ ਨੂੰ ਵੇਖਣ ਦੇ ਯੋਗ ਹੋ ਗਿਆ। ਮੈਂ ਉਹਨੂੰ ਮਹਿਸੂਸ ਕਰ ਪਾਉਂਦਾ ਹਾਂ। ਬੜੀਆਂ ਹੀ ਸਰਲ ਜਿਹੀਆਂ ਪੰਕਤੀਆਂ ਇਸ ਸ਼ਬਦ ਦੇ ਵਿੱਚ ਸਾਨੂੰ ਪੜ੍ਹਨ ਨੂੰ ਮਿਲ ਰਹੀਆਂ ਹਨ। ਪੜ੍ਹਦੇ ਹੀ ਸਹਿਜੇ ਹੀ ਅਰਥ ਸਮਝ ਦੇ ਵਿੱਚ ਆ ਜਾਂਦੇ ਨੇ। ਗੁਰ ਕਾ ਬਚਨ ਕੀਨੋ ਰਾਜ ਜੋਗ, ਗੁਰ ਕਾ ਸੰਗ ਤਰਿਆ ਸਭ ਲੋਕ। ਗੁਰੂ ਦੇ ਉਪਦੇਸ਼ ਦੇ ਨਾਲ ਮਨੁੱਖ ਰਾਜ ਦੇ ਵਿੱਚ ਰਹਿੰਦਾ ਹੋਇਆ ਵੀ ਜੋਗ ਦਾ ਫਲ ਹਾਸਲ ਕਰ ਲੈਂਦਾ ਹੈ। ਭਾਵ ਕਿ ਪਰਿਵਾਰ ਦੇ ਵਿੱਚ ਵਿਚਰਦੇ ਹੋਇਆਂ ਵੀ ਉਸ ਪ੍ਰਮਾਤਮਾ ਦੇ ਨਾਲ ਬਿਰਤੀ ਜੋੜ ਲੈਂਦਾ ਹੈ। ਜਿਹੜੇ ਵੀ ਲੋਕ ਗੁਰੂ ਦੇ ਲੜ ਲੱਗ ਗਏ
ਉਹ ਸਮਝੋ ਤਰ ਗਏ। ਗੁਰ ਕੈ ਸੰਗ ਤਰਿਆ ਸਭ ਲੋਗ, ਗੁਰ ਕੈ ਬਚਨ ਮੇਰੇ ਕਾਰਜ ਸਿੱਧ, ਗੁਰ ਕੈ ਬਚਨ ਪਾਇਆ ਨੌ ਨਿਧ। ਗੁਰੂ ਦੇ ਉਪਦੇਸ਼ ਦੀ ਬਰਕਤ ਦੇ ਨਾਲ ਮੇਰੇ ਸਾਰੇ ਹੀ ਕਾਰਜ ਸਿੱਧੇ ਹੋ ਗਏ, ਸੰਪੂਰਨ ਹੋ ਗਏ। ਮੈਂ 9 ਖਜ਼ਾਨੇ ਹਾਸਲ ਕਰ ਲਏ, ਕਿਉਂਕਿ ਮੈਨੂੰ ਪ੍ਰਮਾਤਮਾ ਦਾ ਨਾਮ ਜੋ ਹਾਸਲ ਹੋ ਗਿਆ। ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ, ਤਿਸ ਕੀ ਕਟਿਐ ਜਮ ਕੀ ਫਾਸਾ। ਜਿਸ ਜਿਸ ਮਨੁੱਖ ਨੇ ਗੁਰੂ ਦੀ ਆਸ ਆਪਣੇ ਮਨ ਦੇ ਵਿੱਚ ਧਾਰ ਲਈ, ਗੁਰੂ ਨਾਲ ਮਿਲਾਪ ਦੀ ਆਸ ਆਪਣੇ ਮਨ ਦੇ ਵਿੱਚ ਧਾਰ ਲਈ, ਉਹਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ, ਮਾਇਆ ਮੋਹ ਤੋਂ ਮੁਕਤੀ ਮਿਲ ਜਾਂਦੀ ਹੈ। ਗੁਰ ਕੈ ਬਚਨ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਗੁਰੂ ਦੇ ਉਪਦੇਸ਼ ਦੀ ਬਰਕਤ ਦੇ ਨਾਲ ਮੇਰੀ ਸੁੱਤੀ ਹੋਈ ਕਿਸਮਤ ਜਾਗ ਪਈ ਹੈ। ਮੈਨੂੰ ਗੁਰੂ ਮਿਲਿਆ ਤੇ ਗੁਰੂ ਦੀ ਮਿਹਰ ਦੇ ਨਾਲ ਮੈਂ ਪਰਮਾਤਮਾ ਦੇ ਨਾਲ ਸਾਂਝ ਕਾਇਮ ਕਰ ਲਈ। ਅਗਲੀ ਜੋ ਅਸ਼ਟਪਦੀ ਹੈ ਉਹਦੇ ਵਿੱਚ ਗੁਰੂ ਦੀ ਬਹੁਤ ਹੀ ਵਧੀਆ ਢੰਗ ਦੇ ਨਾਲ ਮਹਿਮਾ ਕੀਤੀ ਗਈ ਹੈ। ਗੁਰੂ ਜੀ ਲਿਖਦੇ ਨੇ, ਗੌੜੀ ਮਹਿਲਾ ਪੰਜਵਾਂ, ਤਿਸ ਗੁਰ ਕੋ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਰਹਾਓ। ਕਹਿੰਦੇ ਜਿਹੜਾ ਗੁਰੂ ਮੇਰੇ ਪ੍ਰਾਣ ਹੈ, ਜਿਹੜਾ ਗੁਰੂ ਮੇਰੀ ਰਾਸ ਪੂੰਜੀ ਹੈ, ਮੈਂ ਉਸ ਗੁਰੂ ਨੂੰ ਆਪਣੇ ਹਰੇਕ ਸਾਹ ਦੇ ਨਾਲ ਚੇਤੇ ਕਰਦਾ ਰਹਿੰਦਾ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਜਿਵੇਂ ਜਿਵੇਂ ਮੈਂ ਗੁਰੂ ਦਾ ਦਰਸ਼ਨ ਕਰਦਾ ਹਾਂ ਮੈਨੂੰ ਆਤਮਿਕ ਜੀਵਨ ਮਿਲਦਾ ਹੈ। ਜਿਉਂ-ਜਿਉਂ ਮੈਂ ਗੁਰੂ ਦੇ ਚਰਨ ਧੋਂਦਾ ਹਾਂ ਮੈਨੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਮਿਲਦਾ ਹੈ। ਗੁਰ ਕੀ ਰੇਣ ਨਿਤ ਮਜਨ ਕਰੋ, ਜਨਮ ਜਨਮ ਕੀ ਹਉਮੈ ਮਲ ਹਰੋ। ਗੁਰੂ ਦੇ ਚਰਨਾਂ ਦੀ ਧੂੜ ਮੇਰੇ ਵਾਸਤੇ ਤੀਰਥਾਂ ਦਾ ਜਲ ਹੈ, ਮੈਂ ਉਸ ਦੇ ਵਿੱਚ ਇਸ਼ਨਾਨ ਕਰਦਾ ਤੇ ਇਸ ਪ੍ਰਕਾਰ ਮੈਂ ਜਨਮ ਜਨਮਾਂਤਰਾਂ ਤੋਂ ਮੇਰੇ ਮਨ ਦੇ ਉੱਤੇ ਲੱਗੀ ਹੋਈ ਹਉਮੈ ਦੀ ਮੈਲ ਨੂੰ ਦੂਰ ਕਰ ਲੈਂਦਾ ਹਾਂ। ਤਿਸ ਗੁਰ ਕੋ ਝੁਲਾਵੋ ਪਾਖਾ, ਮਹਾ ਅਗਨ ਤੇ ਹਾਥ ਦੇ ਰਾਖਾ। ਮਾਇਆ ਅਤੇ ਵਿਕਾਰਾਂ ਦੀ ਮਹਾ ਅਗਨੀ ਤੋਂ ਜਿਸ ਗੁਰੂ ਨੇ ਮੈਨੂੰ ਆਪਣਾ ਹੱਥ ਦੇ ਕੇ ਬਚਾਇਆ ਹੋਇਆ ਹੈ, ਮੈਂ ਉਸ ਗੁਰੂ ਨੂੰ ਪੱਖਾ ਝੁਲਾਉਂਦਾ ਹਾਂ। ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ, ਜਿਸ ਗੁਰ ਤੇ ਅਕਲ ਗਤ ਜਾਣੀ। ਜਿਹੜੇ ਗੁਰੂ ਪਾਸੋਂ ਮੈਂ ਸਥਾਈ ਅਕਲ ਹਾਸਲ ਕੀਤੀ ਹੈ, ਸੂਝ-ਬੂਝ ਹਾਸਲ ਕੀਤੀ ਹੈ, ਉਸ ਗੁਰੂ ਦੇ ਘਰੇ ਮੈਂ ਪਾਣੀ ਢੋਂਦਾ ਹਾਂ। ਤਿਸ ਗੁਰ ਕੈ ਗ੍ਰਹਿ ਪੀਸੋ ਨੀਤ, ਜਿਸ ਪ੍ਰਸਾਦ ਵੈਰੀ ਸਭ ਮੀਤ। ਜਿਸ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਪਹਿਲਾਂ ਵੈਰੀ ਦਿਸਣ ਵਾਲੇ ਸਾਰੇ ਲੋਕ ਹੁਣ ਮਿੱਤਰ ਦਿਸਣ ਲੱਗੇ ਨੇ। ਦੁਨੀਆ ਦੇ ਵਿੱਚ ਕਈ ਲੋਕਾਂ ਨੂੰ ਮੈਂ ਜਿਨ੍ਹਾਂ ਨੂੰ ਵੈਰੀ ਸਮਝਦਾ ਸੀ, ਹੁਣ ਮੈਂ ਉਹਨਾਂ ਸਾਰਿਆਂ ਨੂੰ ਹੀ ਮਿੱਤਰ ਸਮਝਦਾ ਹਾਂ। ਜਿਸ ਗੁਰੂ ਦੀ ਕਿਰਪਾ ਦੇ ਨਾਲ ਮੈਂ ਅਜਿਹਾ ਕਰਨ ਦੇ ਸਮਰੱਥ ਹੋਇਆ ਹਾਂ। ਤਿਸ ਗੁਰ ਕੈ ਗ੍ਰਹਿ ਪੀਸੋ ਨੀਤ, ਮੈਂ ਉਸ ਗੁਰੂ ਦੇ ਘਰ ਨਿਤ ਚੱਕੀ ਪੀਸਦਾ ਹਾਂ। ਜਿਨ ਗੁਰ ਮੋਕੋ ਦੀਨਾ ਜੀਓ, ਆਪਣਾ ਦਾਸਰਾ ਆਪੇ ਮੁੱਲ ਲਿਓ। ਜਿਸ ਗੁਰੂ ਨੇ ਮੈਨੂੰ ਆਤਮਿਕ ਜੀਵਨ ਦਿੱਤਾ ਹੈ, ਆਪਣਾ ਨਿਮਾਣਾ ਜਿਹਾ ਦਾਸ ਬਣਾ ਕੇ ਮੈਨੂੰ ਮੁੱਲ ਲੈ ਲਿਆ ਹੈ, ਮੈਂ ਇੰਨਾ ਉਸ ਗੁਰੂ ਤੋਂ ਮੋਹਿਤ ਹੋ ਗਿਆ ਹਾਂ ਕਿ ਮੈਨੂੰ ਲੱਗਦਾ ਹੈ ਕਿ ਜਿਵੇਂ ਗੁਰੂ ਨੇ ਮੈਨੂੰ ਮੁੱਲ ਹੀ ਲੈ ਲਿਆ ਹੋਵੇ। ਆਪੇ ਲਾਇਓ ਆਪਣਾ ਪਿਆਰ। ਜਿਸ ਗੁਰੂ ਨੇ ਮੇਰੇ ਦਿਲ ਦੇ ਵਿੱਚ ਆਪਣੇ ਪ੍ਰਤੀ ਪਿਆਰ ਪੈਦਾ ਕੀਤਾ ਹੈ, ਸਦਾ ਸਦਾ ਤਿਸ ਗੁਰ ਕਉ ਕਰੀ ਨਮਸਕਾਰ। ਮੈਂ ਉਸ ਗੁਰੂ ਨੂੰ ਸਦਾ ਹੀ ਨਮਸਕਾਰ ਕਰਦਾ ਹਾਂ। ਕਲ ਕਲੇਸ਼ ਭੈ ਭਰਮ ਦੁਖ ਲਾਥਾ, ਕਹੋ ਨਾਨਕ ਮੇਰਾ ਗੁਰ ਸਮਰਾਥਾ। ਹੇ ਨਾਨਕ, ਇਹ ਆਖ ਕਿ ਮੇਰਾ ਗੁਰੂ ਬੜੀਆਂ ਤਾਕਤਾਂ ਦਾ ਮਾਲਕ ਹੈ, ਬਹੁਤ ਕੁਝ ਕਰਨ ਦੇ ਸਮਰੱਥ ਹੈ। ਉਹਦੀ ਸ਼ਰਨ ਪਿਆ ਮੇਰੇ ਅੰਦਰੋਂ ਸਾਰੇ ਝਗੜੇ, ਕਲੇਸ਼, ਸਹਿਮ, ਭਟਕਣਾ, ਦੁੱਖ ਦੂਰ ਹੋ ਗਏ। ਸੋ ਇਸ ਪੂਰੀ ਅਸ਼ਟਪਦੀ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਆਪਣੇ ਗੁਰੂ ਦੀ ਮਹਿਮਾ ਕੀਤੀ ਹੈ। ਇਹ ਦਰਸਾਇਆ ਹੈ ਕਿ ਉਹ ਆਪਣੇ ਗੁਰੂ ਤੋਂ ਕਿੰਨੇ ਜ਼ਿਆਦਾ ਪ੍ਰਭਾਵਿਤ ਨੇ ਤੇ ਕਿਵੇਂ ਉਹ ਆਪਣੇ ਗੁਰੂ ਦੀ ਸੇਵਾ ਕਰਦੇ ਨੇ। ਗੁਰੂ ਪ੍ਰਤੀ ਸੇਵਾ ਭਾਵ ਨੂੰ ਦਰਸਾਉਣ ਦੇ ਲਈ
ਗੁਰੂ ਅਰਜਨ ਸਾਹਿਬ ਨੇ ਕਈ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ, ਜਿਵੇਂ ਕਿ ਉਹਨਾਂ ਦੇ ਚਰਨ ਧੋ ਕੇ ਪੀਣ ਦੀ ਉਦਾਹਰਨ, ਉਹਨਾਂ ਦੇ ਚਰਨਾਂ ਦੀ ਧੂੜ ਦੇ ਵਿੱਚ ਇਸ਼ਨਾਨ ਕਰਨ ਦੀ ਉਦਾਹਰਨ, ਉਹਨਾਂ ਨੂੰ ਪੱਖਾ ਝੁਲਾਉਣਾ, ਉਹਨਾਂ ਦੇ ਘਰ ਪਾਣੀ ਢੋਣਾ, ਉਹਨਾਂ ਦੇ ਘਰ ਚੱਕੀ ਪੀਸਣੀ। ਜ਼ਰੂਰੀ ਨਹੀਂ ਕਿ ਗੁਰੂ ਜੀ ਇਹ ਸਾਰਾ ਕੁਝ ਜਿਉਂ ਦੀ ਤਿਉਂ ਹੀ ਕਰਦੇ ਸਨ, ਪਰ ਉਹਨਾਂ ਦੇ ਅੰਦਰ ਭਾਵਨਾ ਸੀ ਕਿ ਜੇ ਲੋੜ ਪਏ ਗੁਰੂ ਨੂੰ ਪਾਣੀ ਦੀ ਤਾਂ ਮੈਂ ਪਾਣੀ ਢੋ ਸਕਦਾ ਹਾਂ ਉਹਨਾਂ ਦੇ ਘਰ, ਜੇ ਲੋੜ ਪਏ ਤੇ ਮੈਂ ਉਹਨਾਂ ਦੇ ਘਰ ਜਾ ਕੇ ਚੱਕੀ ਪੀਸ ਸਕਦਾ ਹਾਂ, ਉਹਨਾਂ ਨੂੰ ਪੱਖਾ ਝੁਲਾ ਸਕਦਾ ਹਾਂ, ਤੇ ਝੁਲਾਉਂਦੇ ਵੀ ਹੋਣਗੇ। ਐਸੀ ਗੱਲ ਨਹੀਂ ਹੈ ਕਿ ਉਹ ਗੁਰੂ ਦੀ ਸੇਵਾ ਕਰਦੇ ਨਹੀਂ ਹੋਣਗੇ। ਉਹਨਾਂ ਨੇ ਸਾਰੇ ਗੁਰੂ ਸਾਹਿਬਾਨਾਂ ਨੇ ਹੀ ਆਪਣੇ ਗੁਰੂਆਂ ਦੀ ਸੇਵਾ ਬਕਾਇਦਾ ਕੀਤੀ ਹੈ। ਦੋ ਉਦਾਹਰਨਾਂ ਜਿਹੜੀਆਂ ਚਰਨ ਧੋ ਕੇ ਪੀਣ ਦੀ ਤੇ ਉਹਨਾਂ ਦੇ ਚਰਨਾਂ ਦੀ ਧੂੜ ਦੇ ਵਿੱਚ ਇਸ਼ਨਾਨ ਕਰਨ ਦੀ, ਇਹਨਾਂ ਨੂੰ ਜਿਉਂ ਦੀ ਤਿਉਂ ਨਹੀਂ ਲਿਆ ਜਾ ਸਕਦਾ। ਇਹ ਦੋ ਗੱਲਾਂ ਸਿਰਫ ਉਦਾਹਰਨ ਮਾਤਰ ਨੇ, ਇਹ ਦਰਸਾਉਣ ਦੇ ਲਈ ਕਿ ਗੁਰੂ ਜੀ ਆਪਣੇ ਗੁਰੂ ਨੂੰ ਕਿੰਨਾ ਪਿਆਰ ਕਰਦੇ ਸਨ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 239ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਮੇਰਾ ਖਿਆਲ ਹੈ ਤੁਸੀਂ ਸਭਨਾਂ ਨੇ ਵੀ ਇਹ ਮਹਿਸੂਸ ਕੀਤਾ ਹੋਵੇਗਾ ਕਿ ਅੱਜ ਦੇ ਅੰਗ ਦੀ ਬਾਣੀ ਬੜੀ ਹੀ ਸਰਲ ਸੀ। ਬਾਣੀ ਪੜ੍ਹਦਿਆਂ ਹੀ ਜੋ ਅਰਥ ਤੁਹਾਨੂੰ ਨੇ ਉਹ ਸਹਿਜੇ ਹੀ ਸਮਝ ਆਉਣ ਲੱਗੇ ਹੋਣਗੇ, ਇਹ ਮੇਰਾ ਅੰਦਾਜ਼ਾ ਹੈ। ਤੇ ਅੱਜ ਦੀ ਬਾਣੀ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਗੁਰੂ ਦੀ ਵਡਿਆਈ ਕੀਤੀ ਹੈ, ਗੁਰੂ ਦੀ ਮਹਿਮਾ ਗਾਈ ਹੈ। ਇਹ ਦਰਸਾਇਆ ਹੈ ਕਿ ਉਹ ਆਪਣੇ ਗੁਰੂ ਤੋਂ ਕਿੰਨੇ ਪ੍ਰਭਾਵਿਤ ਸਨ ਤੇ ਆਪਣੇ ਗੁਰੂ ਦੇ ਲਈ ਉਹ ਕੀ ਕੀ ਕਰ ਸਕਦੇ ਸਨ। ਤੇ ਜੋ ਪਹਿਲੀ ਅਸ਼ਟਪਦੀ ਸੀ ਉਹਦੇ ਵਿੱਚ ਉਸ ਪਰਮਾਤਮਾ ਦੇ ਸਿਮਰਨ ਦੀ ਮਹਿਮਾ ਕੀਤੀ ਹੈ ਕਿ ਕਿਵੇਂ ਸਿਮਰਨ ਤੋਂ ਬਿਨਾਂ ਮਨੁੱਖ ਦੁਨਿਆਵੀ ਜੰਜਾਲ ਦੇ ਵਿੱਚ ਹੀ ਫਸਿਆ ਰਹਿੰਦਾ ਹੈ ਤੇ ਸਿਮਰਨ ਦੀ ਬਰਕਤ ਦੇ ਨਾਲ ਉਹ ਆਤਮਿਕ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ। ਸੋ ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵੀਡੀਓ ਚੰਗੀ ਲੱਗੀ ਹੋਵੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।